ਵੱਲੋਂ ਫੰਡਿੰਗ ਦੇ ਮਾਮਲੇ ਦੇ ਵਿੱਚ ਵੀ ਤੇਜ਼ ਹੋ ਗਈ ਹੈ ਜਾਂਚ। 150 ਤੋਂ ਵੀ ਜ਼ਿਆਦਾ ਬੈਂਕ ਖਾਤਿਆਂ ਦੀ ਜਾਣਕਾਰੀ ਮਿਲੀ ਹੈ। ਕੁਝ ਅਕਾਊਂਟ ਥੋੜੇ ਦਿਨ ਪਹਿਲਾਂ ਹੀ ਦੱਸ ਦਈਏ ਕਿ ਓਪਨ ਕੀਤੇ ਗਏ ਨੇ। बिल्कुल तो अमृतपाल नूं फंडिंग के मामले दे विच जांच तेज है। ट्रांजैक्शनां होईयां ने अमृतपाल नूं 150 खातियां दे राहीं कह लईए कि 150 थावां तो जां ट्रांजैक्शनस जिहड़ियां होईयां ने वख-वख थावां तो कि किवें अमृतपाल कोल पैसे पहुंचदे सी, विदेशी फंडिंग पहुंचदी सी, ਤਾਂ ਉਹਨਾਂ ਦੀ ਜਾਂਚ ਜਿਹੜੀ ਆ ਹੁਣ ਏਜੰਸੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਕਿੰਨੇ ਖਾਤੇ ਸੀ, ਕਿੱਥੇ-ਕਿੱਥੇ ਖਾਤੇ ਖੁਲਾਏ ਗਏ, ਅਕਾਊਂਟਸ ਓਪਨ ਕਰਵਾਏ ਗਏ, ਕਿਹਨਾਂ ਥਾਵਾਂ ਤੋਂ ਇਹ ਟ੍ਰਾਂਜੈਕਸ਼ਨਸ ਹੁੰਦੀਆਂ ਸੀ, ਤਾਂ ਫੰਡਿੰਗ ਦੇ ਮਾਮਲੇ ਦੇ ਵਿੱਚ ਇਹ ਜਾਂਚ ਕੀਤੀ ਜਾ ਰਹੀ ਹੈ। 150 ਤੋਂ ਵੀ ਜ਼ਿਆਦਾ ਬੈਂਕ ਖਾਤਿਆਂ ਦੀ ਜਾਣਕਾਰੀ ਮਿਲੀ ਹੈ ਜਿਸ ਤੋਂ ਫੰਡਿੰਗ ਅਮਰਿਤਪਾਲ ਸਿੰਘ ਨੂੰ ਹੋਈ ਹੈ। ਤਾਂ ਦੇਖਣਾ ਹੋਏਗਾ ਕਿੰਨੇ ਪੈਸੇ ਜਿਹੜੇ ਨੇ ਹੁਣ ਤੱਕ ਅਮਰਿਤਪਾਲ ਨੂੰ ਪਹੁੰਚੇ ਨੇ ਵੱਖ-ਵੱਖ ਸਾਧਨਾਂ ਦੇ ਰਾਹੀਂ, ਚਾਹੇ ਹਵਾਲਾ ਰਾਸ਼ੀ ਦੇ ਇਲਜ਼ਾਮ ਲੱਗੇ ਨੇ, ਚਾਹੇ ਉਹ ਵਿਦੇਸ਼ੀ ਫੰਡਿੰਗ ਦੀ ਗੱਲ ਹੋਵੇ, ਤਾਂ ਕਿਤੇ ਨਾ ਕਿਤੇ ਜਾਂਚ ਦੇ ਘੇਰੇ ਦੇ ਵਿੱਚ ਲਗਾਤਾਰ ਅਮਰਿਤਪਾਲ ਤੇ ਪੁਲਿਸ ਅਮਰਿਤਪਾਲ ਦੇ ਪਿੱਛੇ ਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ। ਬਿਲਕੁਲ, ਕਿਹੜੇ ਖਾਤੇ ਦੇ ਵਿੱਚ ਕਿੰਨੇ ਪੈਸੇ ਆਏ, ਕਿਸ ਦੇ ਨਾਮ ਤੇ ਆਏ, ਇਹ ਵੀ ਬੇहद ਅਹਿਮ ਸਵਾਲ ਹੈ। ਔਰ ਅਮਰਿਤਪਾਲ ਦੇ ਕੋਲ ਕਿਵੇਂ ਪੈਸੇ ਪਹੁੰਚੇ, ਜਾਂਚ ਦੇ ਵਿੱਚ ਸਾਹਮਣੇ ਇਹ ਵੀ ਆਇਆ ਹੈ ਕਿ ਅੰਮ੍ਰਿਤਸਰ, ਤਰਨਤਾਰਨ, ਜਲੰਧਰ ਜ਼ਿਲ੍ਹਿਆਂ ਦੇ ਵਿੱਚ ਇਹ ਬੈਂਕ ਅਕਾਊਂਟ ਨੇ, ਯਾਨੀ ਕਿ ਇਹ 3 ਜ਼ਿਲ੍ਹੇ ਦੱਸੇ ਜਾ ਰਹੇ ਨੇ। ਅੰਮ੍ਰਿਤਸਰ, ਤਰਨਤਾਰਨ, ਜਲੰਧਰ ਜ਼ਿਲ੍ਹਾ ਜਿੱਥੇ ਕਿ ਬੈਂਕ ਅਕਾਊਂਟ ਨੇ ਔਰ ਖਾਤੇ 150 ਤੋਂ ਜ਼ਿਆਦਾ ਨੇ। ਅੰਦਾਜ਼ਾ ਲਗਾਇਆ ਜਾ ਸਕਦਾ ਹੈ 150 ਤੋਂ ਜ਼ਿਆਦਾ ਜੇਕਰ ਬੈਂਕ ਖਾਤੇ ਹੋਣ ਤਾਂ ਇਹ ਪੈਸਿਆਂ ਦਾ ਲੈਣ ਦੇਣ ਜਿਹੜਾ ਹੈ ਉਸ ਨੂੰ ਲੈ ਕੇ ਸੁਭਾਵਿਕ ਤੌਰ ਤੇ ਸਵਾਲ ਉੱਠਣਗੇ। ਸੁਭਾਵਿਕ ਤੌਰ ਤੇ ਜਿਹੜੀ ਜਾਂਚ ਹੈ ਉਹ ਹੋਏਗੀ ਜਦੋਂ ਇਸ ਤਰੀਕੇ ਦੇ ਇਲਜ਼ਾਮਾਤ ਲੱਗ ਰਹੇ ਹੋਣ, ਰਿਪੋਰਟਸ ਕਹਿ ਰਹੀਆਂ ਹੋਣ ਖੁਫੀਆ ਕੀ ਪੈਸਾ ਆਇਆ ਹੈ ਵਿਦੇਸ਼ ਤੋਂ, ਉਸ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਸੀ। ਸਾਡੇ ਸਹਿਯੋਗੀ ਮਨੋਜ ਰਾਠੀ ਲਾਈਵ ਮੌਜੂਦ ਨੇ। ਬਿਲਕੁਲ ਮਨੋਜ, ਜਿਸ ਢੰਗ ਦੇ ਨਾਲ ਲਗਾਤਾਰ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਅਮਰਿਤਪਾਲ ਦੇ ਖਾਤੇ ਖੰਗਾਲੇ ਜਾ ਰਹੇ ਨੇ, 150 ਤੋਂ ਵਧੇਰੇ ਖਾਤੇ ਨੇ ਜਿਨ੍ਹਾਂ ਦੇ ਵਿੱਚ ਟ੍ਰਾਂਜੈਕਸ਼ਨਸ ਹੋਈਆਂ ਨੇ, ਕਿ ਕੁਝ ਪਤਾ ਲੱਗਿਆ ਹੈ ਕਿਹਨਾਂ ਲੋਕਾਂ ਦੇ ਨਾਂ ਤੇ ਇਹ ਅਕਾਊਂਟ ਓਪਨ ਕੀਤੇ ਗਏ, ਕਿਹੜੀਆਂ-ਕਿਹੜੀਆਂ ਬੈਂਕਾਂ ਸੀ, ਕਿੰਨੇ ਪੈਸੇ ਇਹਨਾਂ ਖਾਤਿਆਂ ਦੇ ਵਿੱਚ ਆਏ ਨੇ, ਕਿੰਨੇ ਕਢਵਾਏ ਗਏ ਨੇ, ਕਿੰਨਾ ਬੈਲੈਂਸ ਹੈ, ਕੀ ਕੁਝ ਅਪਡੇਟ ਹੈ? देखो रणबीर, जिदा तुसी भी जिक्र किया, बड़े ही हैरान कर देने वाले खुलासे जिहड़े हैं वो सामने आ रहे हैं। सब तो अहम सवाल इहदे विच हुण खड़ा हुंदा है कि हुण तक दी जिहड़ी इन्वेस्टिगेशन जिहड़े टॉप सोर्स की जानकारी दे रहे हैं कि 150 तो भी वध जिहड़े इस तरह के बैंक अकाउंट जिहड़े हैगे वो सामने आए जिदा तो फंडिंग हुई है। खासकर विदेश तो ज्यादातर फंडिंग इहदे विच हुई है और बैंक खाते जिहड़े हैगे अमृतसर, तरनतारन, जलंधर, फगवाड़ा, होर भी कई पंजाब के जिले ने जिथों ये बैंक अकाउंट जिहड़े हैगे वो सामने आए ने। 150 तो भी वध, हुण तुसीं खुद अंदाजा लगा सकते हो क्योंकि ये जिहड़े जांच सामने आया, जिहड़े पुलिस अधिकारी भी जानकारी दे रहे हैं कि इहदे विच बहुत ही घट समय च करोड़ां रुपए की फंडिंग हुई है, करोड़ां रुपए की फंडिंग हुई है। और इहदे विच जिहड़ी गड्डियां जिहड़ी हैगी वो खरीदी गई, चाहे वो एंडेवर होवे, फॉर्चुनर होवे, होर भी AKF नाम ते जिहड़े आनंदपुर खालसा फोर्स के नाम ते जिहड़ी फोर्स तैयार की जा रही सी, बुलेट प्रूफ जिहड़ी जैकेट लित्ती जा रही सी, होर भी चीज़ां जिहड़ी खर्च की जा रही सी, उहदा ते भी जिहड़ा खर्चा होया किहदे ਨਾਂ ਤੇ ਇਹ ਬੈਂਕ ਅਕਾਊਂਟ ਸੀਗੇ। ਕਿਉਂਕਿ ਇਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਹੈ ਜਿਹੜੀ ਇਨਵੈਸਟੀਗੇਸ਼ਨ ਖੁਫੀਆ ਏਜੰਸੀ ਪੰਜਾਬ ਪੁਲਿਸ ਲਗਾਤਾਰ ਕਰ ਰਹੀ ਹੈ ਕਿ ਉਹਨਾਂ ਦੇ ਨਾਂ ਤੇ ਇਹ ਬੈਂਕ ਅਕਾਊਂਟ ਖੋਲੇ ਗਏ ਨੇ ਜੋ ਕਿ ਜ਼ਿਆਦਾ ਜਿਹੜਾ ਹੈਗਾ ਉਹ ਸਮਰਥ ਨਹੀਂ ਹੈ, ਯਾਨੀ ਕਿ ਜਿਨ੍ਹਾਂ ਦੀ ਇੰਨੀ ਨਹੀਂ ਹੈ ਕਿ ਉਹ ਇੰਨੀ ਗੱਡੀਆਂ ਖਰੀਦ ਸਕਣ, ਇੰਨੀ ਮਹਿੰਗੀ 35 40 ਲੱਖ ਦੀ ਜਿਹੜੀ ਗੱਡੀਆਂ। ਕਿਉਂਕਿ ਇਹ ਵੀ ਸਾਹਮਣੇ ਆਇਆ ਕਿ ਰਜਿਸਟਰਡ ਜਿਹੜਾ ਨੰਬਰ ਵੇਖੇ ਗਏ, ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਇਹ ਬਹੁਤ ਹੀ ਉਹਨਾਂ ਦੇ ਜਿਹੜੇ ਸਾਥੀ ਰਹਿੰਦੇ ਆ ਬਹੁਤ ਹੀ ਸਮਰਥ ਨਹੀਂ ਹੈ ਲੈਣ ਤੋਂ, ਉਹਨਾਂ ਦੇ ਨਾਂ ਤੇ ਖਰੀਦੀ ਗਈ। ਹੁਣ ਦੂਜਾ ਆਇਆ ਬੈਂਕ फंडिंग, ਇਹਦੇ ਵਿੱਚ ਫੰਡਿੰਗ ਬਹੁਤ ਜ਼ਰੂਰੀ ਹੈਗੀ ਹੈ ਪੁਆਇੰਟ ਫੰਡਿੰਗ ਨੂੰ ਲੈ ਕੇ, ਕਿਉਂਕਿ ਪੰਜਾਬ ਪੁਲਿਸ ਦੇ ਨਾਲ ਖੁਫੀਆ ਏਜੰਸੀ ਇੰਟੈਲੀਜੈਂਸ ਜਿਹੜੀ ਹੈ ਉਹ ਰਿਪੋਰਟ ਜਿਹੜੀ ਦੇ ਰਹੀ ਹੈ ਉਹਦੇ ਵਿੱਚ 150 ਤੋਂ ਵੀ ਵੱਧ ਇਹ ਬੈਂਕ ਅਕਾਊਂਟਸ ਨੇ, ਜ਼ਿਆਦਾਤਰ ਵਿਦੇਸ਼ਾਂ ਤੋਂ ਜਿਹੜੇ ਹੈਗਾ ਉਹ ਅਕਾਊਂਟ ਜਿਹੜੇ ਹੈਗੇ ਸਾਹਮਣੇ ਆ ਰਹੇ, ਜਿਹਦੀ ਲੈ ਕੇ ਹੁਣ ਜਾਂਚ ਹੋ ਰਹੀ ਹੈ। ਔਰ ਖਾਸ ਤੌਰ ਤੇ ਜਿਹੜੇ 154 ਇਹਦੇ ਵਿੱਚ ਹਿਰਾਸਤ ਲਿੱਤੇ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਦੇ, ਜਿਹੜੇ ਅਮਰਿਤਪਾਲ ਦੇ ਬਹੁਤ ਹੀ ਖਾਸਮ ਖਾਸ ਨੇ, ਕਰੀਬੀ ਨੇ, ਉਹਦੇ ਸਪੋਰਟਰਸ ਨੇ, ਉਹਨਾਂ ਤੋਂ ਪੁੱਛਗਿੱਛ ਵੀ ਚੀਜ਼ਾਂ ਆਈਆਂ ਕਿ ਆਖਿਰ ਜਿੱਥੋਂ ਇਹ ਅਕਾਊਂਟ ਖੁੱਲੇ ਕਿਸ ਚੀਜ਼ ਤੇ ਖਰਚ ਹੋਏ, ਕਿੰਨੇ ਭੇਜੇ। ਕਿਉਂਕਿ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਕਿ 20 ਤੋਂ 25 ਇਸ ਤਰ੍ਹਾਂ ਦੇ ਅਕਾਊਂਟਸ ਨੇ ਜਿਨੇ 5 ਕਰੋੜ ਤੋਂ ਵੀ ਵੱਧ ਜਿਹੜਾ ਹੈਗਾ ਉਹ ਪੈਸਾ ਆਇਆ ਹੈ। ਹੁਣ ਤੱਕ ਦੀ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ, ਯਾਨੀ ਕਿ ਜਿਹੜਾ 5 ਕਰੋੜ ਤੋਂ ਵੀ ਵੱਧ ਪੈਸਾ ਆਇਆ ਉਹ ਕਿਹਦੇ ਤੇ ਖਰਚ ਕੀਤਾ ਗਿਆ, ਕਿੰਨੇ ਭੇਜੇ ਔਰ ਕਿਹੜੇ ਜਿਹਦੇ ਅਕਾਊਂਟ 'ਚ ਆਏ। ਬਿਲਕੁਲ ਮਨੋਜ, ਵੱਡਾ ਖੁਲਾਸਾ ਕਿ 5 ਕਰੋੜ ਤੋਂ ਜ਼ਿਆਦਾ ਜਿਹੜੀ ਫੰਡਿੰਗ ਹੈ ਉਹ ਇਹਨਾਂ ਖਾਤਿਆਂ ਰਾਹੀਂ ਆਈ ਹੈਗੀ ਹੈ। ਬਿਲਕੁਲ ਜਿਸ ਢੰਗ ਦੇ ਨਾਲ ਤੁਸੀਂ ਖਾਤਿਆਂ ਦੀ ਜਾਣਕਾਰੀ ਦੇ ਰਹੇ ਹੋ, ਜਿਵੇਂ ਇਹ ਵੀ ਗੱਲ ਸਾਹਮਣੇ ਆਈ ਸੀ, IG ਸੁਖਚੈਨ ਸਿੰਘ ਗਿੱਲ ਨੇ ਕਿਹਾ ਸੀ
ਕਿ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਉਹਨਾਂ ਕੋਲੇ ਇੰਨੇ ਸਮਰੱਥ ਨਹੀਂ ਕਿ ਉਹ ਮਰਸੀਡੀਜ਼ ਗੱਡੀਆਂ ਦੇ ਵਿੱਚ, ਐਂਡੈਵਰ ਗੱਡੀਆਂ ਦੇ ਵਿੱਚ, ਵੱਡੀਆਂ ਗੱਡੀਆਂ ਦੇ ਵਿੱਚ ਘੁੰਮਣ, ਵੈਪਨ ਰੱਖਣ। ਖਾਲਸਾ ਵਹੀਰ ਦੇ ਵਿੱਚ ਵੀ ਪੈਸੇ ਲੱਗੇ ਸੀ। ਕੀ ਕੁਝ ਇਸ ਤਰ੍ਹਾਂ ਦਾ ਲਿੰਕ ਸਾਹਮਣੇ ਆਇਆ ਕਿ ਉਹ ਪੈਸੇ ਕਢਵਾਏ ਗਏ ਹੋਣ, ਉਹ ਪੈਸੇ ਇਸ ਢੰਗ ਨਾਲ ਖਰਚੇ ਗਏ ਹੋਣ? ਔਰ ਇਹ ਵੀ ਸਵਾਲ ਹੈ ਮਨੋਜ ਇਸੇ ਵਿਚਕਾਰ ਕਿ ਸਿਰਫ ਕਿਸ ਆਧਾਰ ਤੇ ਜਿਹੜੇ ਪੈਸੇ ਨੇ ਉਹ ਆਏ ਹੋ ਸਕਦੇ ਨੇ, ਉਸ ਦਾ ਬੇਸ ਕੀ ਹੈ ਮਨੋਜ? ਦੇਖੋ ਇਹਦੇ ਵਿੱਚ ਦੋ ਤਿੰਨ ਅਹਿਮ ਚੀਜ਼ਾਂ ਨੇ ਗੁਰਜੋਤ, ਰਣਬੀਰ। ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ ਵੀ, ਕਿਉਂਕਿ ਹੁਣ ਤੱਕ ਦੀ ਜਿਹੜੇ ਟੌਪ ਸੋਰਸ ਜਾਣਕਾਰੀ ਦੇ ਰਹੇ ਹਨ ਕਿ ਜਿਹੜੇ ਵੀ ਅਕਾਊਂਟ 'ਚ ਪੈਸੇ ਆਉਂਦੇ ਸੀ ਉਹਨੂੰ ਨਾਲ ਦੇ ਨਾਲ ਜਾਂ ਫਿਰ ਥੋੜੀ ਦੇਰ ਤੱਕ ਉਹਨੂੰ ਕਢਾ ਲਿਆ ਜਾਂਦਾ ਸੀਗਾ, ਯਾਨੀ ਕਿ ਟ੍ਰਾਂਜੈਕਸ਼ਨ ਜਿਹੜੀ ਹੈ ਉਹ ਕਰਾ ਲਿੱਤੀ ਜਾਂਦੀ ਸੀਗੀ। ਇਸ ਤੋਂ ਇਲਾਵਾ ਕਿ ਇਹ ਅਕਾਊਂਟ ਜਿਹੜੇ ਨਾਂ ਤੇ ਖੋਲੇ ਗਏ ਨੇ ਉਹਨਾਂ ਦਾ ਵੀ ਹੁਣ ਪੂਰੀ ਇੱਕ ਲਿਸਟ ਤਿਆਰ ਕੀਤੀ ਜਾ ਰਹੀ, ਕਿਉਂਕਿ ਲਿਸਟ ਬਹੁਤ ਲੰਬੀ ਹੈ। ਕਿਉਂਕਿ ਪੁਲਿਸ ਨੇ ਜਿਹੜੀ NIA ਨੂੰ ਜਿਹੜੀ ਰਿਪੋਰਟ ਦੀ ਹੈ ਜਾਂ ਫਿਰ ਜਿਹੜੀ ਲਿਸਟ ਦਿੱਤੀ ਗਈ ਹੈ ਉਹਦੇ ਵਿੱਚ 3 ਕੈਟਾਗਰੀ ਜਿਹੜੀ ਹੈਗੀ ਉਹ ਦਿੱਤੀ ਗਈ ਹੈ, A, B, C। ਇਹ ਕੈਟਾਗਰੀ 'ਚ ਉਹ ਬੰਦੇ ਨੇ 150 ਤੋਂ ਵੀ ਵੱਧ ਉਹ ਬੰਦੇ ਨੇ ਜਿਹੜੇ ਉਹਦੇ ਬਿਲਕੁਲ ਨਾਲ ਰਹਿੰਦੇ ਸੀ, 24 ਘੰਟੇ ਉਹਦੇ ਨਾਲ ਰਹਿੰਦੇ ਸੀ, ਕਿ ਸਾਰੀ ਚੀਜ਼ਾਂ ਦਾ ਪਤਾ। ਉਹਦੇ ਵਿੱਚ ਕਿਰਨ ਕੌਰ ਦਾ ਵੀ ਨਾਂ ਹੈਗਾ, ਜਿਹੜੀ ਉਹਦੀ ਵਾਈਫ ਹੈ NRI, ਉਹਦਾ ਵੀ ਨਾਂ ਇਹਦਾ ਸ਼ਾਮਿਲ ਹੈਗਾ, ਜਿਹੜੇ 150 ਬੰਦੇ ਦੀ ਲਿਸਟ ਹੈ ਜਿਹੜੀ A ਕੈਟਾਗਰੀ। B ਕੈਟਾਗਰੀ ਜਿਹੜੀ ਉਹ ਹੈ ਜਿਹੜੀ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਉਂਦੇ ਸੀਗੇ ਲਗਾਤਾਰ, ਜਿਹੜੀ ਹੈਗੀ ਹੈ B, C, ਇਹ ਸਾਰੀ ਚੀਜ਼ਾਂ ਕਰਦੇ ਸੀ। ਕਰੀਬ 500 ਤੋਂ ਵੀ ਵੱਧ ਜਿਹੜੀ ਲਿਸਟ ਉਹਦੇ ਵਿੱਚ ਦਿੱਤੀ ਗਈ ਹੈ। ਤੇ ਇਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਿਹੜੇ ਵੀ ਬੈਂਕਾਂ 'ਚ ਪੈਸੇ ਆਉਂਦੇ ਸੀਗੇ, ਜਿਹੜੀ ਫੰਡਿੰਗ ਹੁੰਦੀ ਸੀ, ਉਹਦੇ ਵਿੱਚ ਇੱਕ ਤਾਂ ਆਪਣੀ ਵਾਰਿਸ ਪੰਜਾਬ ਦੇ ਉਹਨੂੰ ਲੈ ਕੇ ਤੇ ਨਾਲ ਦੇ ਨਾਲ ਜਿਹੜੀ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਵਾਸਤੇ ਵੀ ਇਹ ਜਿਹੜਾ ਹੈਗਾ ਪੈਸਾ ਮੰਗਵਾਇਆ ਜਾਂਦਾ ਸੀਗਾ, ਜਿਹੜਾ ਖੁਲਾਸਾ ਹੁਣ ਸਾਹਮਣੇ ਆ ਰਿਹਾ ਹੈ। ਯਾਨੀ ਕਿ ਕਿਸਾਨਾਂ ਨੂੰ ਪਰਿਵਾਰਿਕ ਜਾਂ ਫਿਰ ਕਿਸੇ ਗਰੀਬ ਨੂੰ ਆਰਥਿਕ ਮਦਦ ਦੇਣ ਵਾਸਤੇ ਜਾਂ ਫਿਰ ਉਹਨਾਂ ਦੀ ਸਹਾਇਤਾ ਕਰਨ ਵਾਸਤੇ, ਉਹਨਾਂ ਦੀ ਮਦਦ ਕਰਨ ਵਾਸਤੇ, ਇਹਦੇ ਵਾਸਤੇ ਵੀ ਪੈਸਾ ਜਿਹੜਾ ਹੈਗਾ ਉਹ ਮੰਗਿਆ ਜਾ ਰਿਹਾ ਸੀਗਾ। ਲੇਕਿਨ ਉਹ ਪੈਸਾ ਕਿੱਥੋਂ ਆ ਰਿਹਾ ਹੈ ਤੇ ਆਖਿਰ ਉਹ ਕਿੱਥੇ ਗਾਇਬ ਹੋ ਰਿਹਾ ਹੈ, ਇਹਦੀ ਹੁਣ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਕਿਉਂਕਿ ਇਹ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ ਗੁਰਜੋਤ ਕਿ ਆਖਿਰ ਜਦ ਟ੍ਰਾਂਜੈਕਸ਼ਨ ਹੁੰਦੀ ਸੀ ਉਹ ਟ੍ਰਾਂਜੈਕਸ਼ਨ ਕੌਣ ਕਰਦਾ ਸੀਗਾ। ਲੱਖਾਂ 'ਚ ਟ੍ਰਾਂਜੈਕਸ਼ਨ ਹੋ ਰਹੀ ਹੈ, ਹਜ਼ਾਰਾਂ ਦੀ ਟ੍ਰਾਂਜੈਕਸ਼ਨ ਹੋ ਰਹੀ ਹੈ, ਡਿਵਾਈਡਿੰਗ ਜਿਹੜਾ ਹੈਗਾ ਥੋੜੇ ਉਹਦੇ 'ਚ ਪੈਸੇ ਆ ਰਹੇ, ਲੱਖਾਂ ਜਿਹੜੇ ਹੈਗੇ ਰੁਪਏ ਉੱਥੇ ਪਹੁੰਚ ਰਹੇ, ਹਜ਼ਾਰਾਂ ਦੀ ਸੰਖਿਆ 'ਚ ਪੈਸੇ ਆ ਰਹੇ ਹੈ, ਉਹਨਾਂ ਨੂੰ ਨਾਲ ਦੇ ਨਾਲ ਕਢਾਇਆ ਜਾ ਰਿਹਾ ਸੀਗਾ। ਉਹ ਪੈਸੇ ਕਿੱਥੇ ਲੱਗ ਰਹੇ ਸੀਗੇ, ਉਹ ਪੈਸੇ ਕੌਣ ਭੇਜ ਰਿਹਾ ਸੀਗਾ, ਲਗਾਤਾਰ ਉਹਦੀ ਫੰਡਿੰਗ ਹੋ ਰਹੀ ਸੀ। ਫੰਡਿੰਗ ਬਹੁਤ ਹੀ ਇਹਦੇ ਵਿੱਚ ਇੰਪੋਰਟੈਂਟ ਅਹਿਮ ਜਿਹੜੀ ਹੈਗਾ ਪੁਆਇੰਟ ਹੈਗਾ ਰਣਬੀਰ, ਜਿਹਨੂੰ ਲੈ ਕੇ ਹੁਣ ਪੁਲਿਸ ਦੇ ਨਾਲ ਇੰਟੈਲੀਜੈਂਸ ਜਿਹੜੀ ਕੰਮ ਕਰ ਰਹੀ ਹੈ। ਹੁਣ ਤੱਕ ਦੀ ਅਸੀਂ ਗੱਲ ਕਰੀਏ ਬਹੁਤ ਹੀ ਘੱਟ ਸਮੇਂ 'ਚ, ਬਹੁਤ ਹੀ ਘੱਟ ਸਮੇਂ ਤੱਕ ਹਜੇ ਤੱਕ ਮਨੋਜ ਬਹੁਤ ਧੰਨਵਾਦ, ਬਹੁਤ ਧੰਨਵਾਦ ਜਾਣਕਾਰੀ ਦੇਣ ਦੇ ਲਈ। ਤਾਂ ਮਨੋਜ ਰਾਠੀ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ। ਇਸੇ ਦੇ ਵਿਚਾਲੇ ਵੱਡੀ ਖਬਰ, ਮੋਬਾਈਲ ਇੰਟਰਨੈਟ ਸੇਵਾ ਦੇ ਨਾਲ ਜੁੜੀ ਵੱਡੀ ਖਬਰ ਹੈ। ਤਰਨਤਾਰਨ ਅਤੇ ਫਿਰੋਜ਼ਪੁਰ ਦੇ ਵਿੱਚ ਇੰਟਰਨੈਟ ਤੇ ਬੈਨ ਵਧਾ ਦਿੱਤਾ ਗਿਆ। ਵੱਡੀ ਖਬਰ, ਕੱਲ ਤੱਕ ਦੇ ਲਈ ਪਾਬੰਦੀ ਜਿਹੜੀ ਆ ਵਧਾ ਦਿੱਤੀ ਗਈ ਹੈ। ਤਾਂ ਮੋਬਾਈਲ ਇੰਟਰਨੈਟ ਸੇਵਾ ਤੇ ਪਾਬੰਦੀ ਹੋਰ ਵਧਾ ਦਿੱਤੀ ਗਈ ਹੈ। ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਵੱਡਾ ਅਪਡੇਟ ਮੋਬਾਈਲ ਇੰਟਰਨੈਟ ਨਾਲ ਜੁੜਿਆ ਹੋਇਆ। ਬਿਲਕੁਲ, ਮੋਬਾਈਲ ਇੰਟਰਨੈਟ ਨੂੰ ਲੈ ਕੇ ਵੱਡੀ ਖਬਰ ਹੈ। ਖਾਸ ਤੌਰ ਤੇ ਤਰਨਤਾਰਨ ਔਰ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਲਈ ਇੱਕ ਅਹਿਮ ਖਬਰ ਹੈ, ਵੱਡੀ ਖਬਰ ਹੈ ਕਿ ਅਜੇ ਹੋਰ ਇੰਟਰਨੈਟ ਨਹੀਂ, ਅਜੇ ਹੋਰ ਪਾਬੰਦੀ ਵਧਾ ਦਿੱਤੀ ਗਈ। ਸੋ ਇੰਟਰਨੈਟ ਅਜੇ ਨਹੀਂ ਚੱਲੇਗਾ। ਕੱਲ ਤੱਕ ਦੇ ਲਈ ਪਾਬੰਦੀ ਵਧਾਈ ਗਈ ਹੈ। ਦੱਸ ਦਈਏ ਕਿ ਅਜਨਾਲਾ ਦੇ ਵਿੱਚ ਸਰਵਿਸ ਬਹਾਲ ਹੋਈ ਹੈ। ਅਜਨਾਲਾ ਵਾਸੀਆਂ ਦੇ ਲਈ ਇਹ ਅਹਿਮ ਖਬਰ ਹੈ ਕਿ ਅਜਨਾਲਾ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ, ਮੋਬਾਈਲ ਇੰਟਰਨੈਟ ਸੇਵਾਵਾਂ, ਉਸ ਦੀ ਬਹਾਲੀ ਕਰ ਦਿੱਤੀ ਗਈ ਹੈ। ਤਰਨਤਾਰਨ ਔਰ ਫਿਰੋਜ਼ਪੁਰ ਦੇ ਵਿੱਚ ਇੰਟਰਨੈਟ ਤੇ ਬੈਨ ਵਧਾਇਆ ਗਿਆ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ, ਬਿਲਕੁਲ ਜਿਸ ਢੰਗ ਦੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਇੰਟਰਨੈਟ ਬੈਨ ਕੀਤਾ ਗਿਆ ਸੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਤੇ ਹੁਣ ਕੱਲ ਤੱਕ ਲਈ ਹੋਰ ਪਾਬੰਦੀ ਵਧਾ ਦਿੱਤੀ ਗਈ ਹੈ 2 ਜ਼ਿਲ੍ਹਿਆਂ ਦੇ ਵਿੱਚ। ਹਾਲਾਂਕਿ ਅਜਨਾਲਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ, ਅਜਨਾਲਾ ਦੇ ਵਿੱਚ ਮੋਬਾਈਲ ਇੰਟਰਨੈਟ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ, ਪਰ ਤਰਨਤਾਰਨ ਤੇ ਫਿਰੋਜ਼ਪੁਰ ਦੇ ਵਿੱਚ ਇੰਟਰਨੈਟ ਹਾਲੇ ਨਹੀਂ ਚੱਲੇਗਾ, ਕਿਉਂਕਿ ਇਹਨਾਂ ਦੋਹਾਂ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਤੇ ਪਾਬੰਦੀ ਹੋਰ ਵਧਾਈ ਗਈ ਹੈ। 12 ਵਜੇ ਤੱਕ ਫਿਰੋਜ਼ਪੁਰ ਅਤੇ ਤਰਨਤਾਰਨ ਦੇ ਵਿੱਚ ਇੰਟਰਨੈਟ ਬੰਦ ਰਹੇਗਾ। ਯਾਨੀ ਕਿ ਕੱਲ 24 ਮਾਰਚ ਤੱਕ 12 ਵਜੇ ਤੱਕ 24 ਮਾਰਚ ਨੂੰ 12 ਵਜੇ ਤੱਕ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਤੇ ਪਬਲਿਕ ਸੇਫਟੀ ਨੂੰ ਦੇਖਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਹੈ। ਤਾਂ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਪਹਿਲਾਂ ਪੂਰਨ ਤੌਰ ਤੇ ਇੰਟਰਨੈਟ ਬੰਦ ਕੀਤਾ ਜਾਂਦਾ ਹੈ, ਉਸ ਤੋਂ ਬਾਅਦ 4 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਸਰਵਿਸ ਬਹਾਲ ਕਰ ਦਿੱਤੀ ਜਾਂਦੀ ਹੈ। ਹੁਣ ਸਿਰਫ 2 ਜ਼ਿਲ੍ਹਿਆਂ ਦੇ ਵਿੱਚ ਗੁਰਜੋਤ ਕਹਿ ਲਈਏ ਕਿ ਪਾਬੰਦੀ ਰਹਿ ਗਈ ਹੈ, ਬਾਕੀ ਸਾਰੇ ਥਾਵਾਂ ਤੇ ਇੱਕ ਤਰ੍ਹਾਂ ਦੇ ਨਾਲ ਪਾਬੰਦੀ ਹਟਾ ਦਿੱਤੀ ਗਈ ਹੈ। ਇਸੇ ਦੇ ਵਿਚਾਲੇ ਅਮਨ ਭਾਰਦਵਾਜ ਸਾਡੇ ਸਹਿਯੋਗੀ ਸਾਡੇ ਨਾਲ ਲਾਈਵ ਜੁੜ ਰਹੇ ਨੇ। ਅਮਨ, ਕੀ ਅਪਡੇਟ ਹੈ? ਜਿਸ ਢੰਗ ਦੇ ਨਾਲ ਲਗਾਤਾਰ ਇੰਟਰਨੈਟ ਸਰਵਿਸ ਦੀ ਗੱਲ ਕੀਤੀ ਜਾਵੇ ਤਾਂ ਪਬਲਿਕ ਸੇਫਟੀ ਨੂੰ ਦੇਖਦਿਆਂ ਹੋਇਆ ਇੰਟਰਨੈਟ ਪਹਿਲਾਂ ਪਾਬੰਦੀ ਲਾਈ ਗਈ, ਤੇ ਹੁਣ ਅਪਡੇਟ ਕੀ ਹੈ? ਕਿਹਨਾਂ ਥਾਵਾਂ ਤੇ ਇੰਟਰਨੈਟ ਚੱਲੇਗਾ, ਕਿਹਨਾਂ ਥਾਵਾਂ ਤੇ ਨਹੀਂ ਚੱਲੇਗਾ? ਦੇਖੋ, 2 ਜ਼ਿਲ੍ਹੇ ਨੇ ਜਿਨ੍ਹਾਂ 'ਚ ਫਿਰੋਜ਼ਪੁਰ ਅਤੇ ਤਰਨਤਾਰਨ, ਇਹਨਾਂ ਤੇ ਫੈਸਲਾ ਲਿਆ ਗਿਆ ਕਿ ਇਨ 2 ਥਾਵਾਂ 2 ਜ਼ਿਲ੍ਹਿਆਂ ਦੀ
ਜਿੰਨੀਆਂ ਥਾਵਾਂ ਉੱਥੇ ਇੰਟਰਨੈਟ ਸੇਵਾ ਜਿਹੜੀ ਹੈ ਉਹ ਬੰਦ ਰਹੇਗੀ। ਔਰ ਇੰਟਰਨੈਟ ਸੇਵਾ 'ਚ ਵੀ ਅਸੀਂ ਸਪੈਸੀਫਿਕ ਗੱਲ ਕਰੀਏ ਤਾਂ 2G 3G 4G 5G ਇਹ ਬੰਦ ਰਹੇਗਾ, ਜੋ ਕਿ ਮੋਬਾਈਲ ਇੰਟਰਨੈਟ ਦੇ ਨਾਲ ਜਿਹੜੇ SMS ਸਰਵਿਸ ਹੁੰਦੀ ਹੈ ਜੋ ਅਸੀਂ ਲੋਕਲ ਬਿਨਾਂ ਕਿਸੇ ਉਸ ਤੋਂ ਆਫੀਸ਼ੀਅਲ ਉਸ ਤੋਂ ਕਰਦੇ ਹਾਂ ਉਹ ਬੰਦ ਰਹੇਗੀ। ਔਰ ਮੋਬਾਈਲ ਰੀਚਾਰਜ ਅਤੇ ਨਾਲ ਜਿਹੜਾ ਮੈਸੇਜ ਹੁੰਦਾ ਬੈਂਕਿੰਗ ਦਾ ਉਹ ਚੱਲੇਗਾ। SMS ਲਈ ਵੀ ਵੌਇਸ ਕਾਲ ਜਿਹੜੀ ਹੈ ਉਹ ਚੱਲੇਗੀ। ਬਾਕੀ ਵਾਈਫਾਈ ਜਿਹੜਾ ਹੈ ਉਹ ਵੀ ਚੱਲੇਗਾ। ਜੋ ਲੈਂਡ ਸਰਵਿਸ ਹੁੰਦੀ ਹੈ ਜੋ ਬੈਂਕਾਂ ਦੇ ਅੰਦਰ ਹਸਪਤਾਲ ਦੇ ਅੰਦਰ ਜੋ ਲੈਂਡ ਸਰਵਿਸ ਹੁੰਦੀ ਹੈ ਉਹ ਵੀ ਜਾਰੀ ਰਹੇਗੀ। ਪਰ ਬਾਕੀ ਇੰਟਰਨੈਟ ਇਨ 2 ਜ਼ਿਲ੍ਹਿਆਂ ਦੇ ਅੰਦਰ ਬੰਦ ਰਹੇਗਾ। ਔਰ ਇਸ ਦਾ ਕਾਰਨ ਇਹ ਹੈ ਕਿ ਪਬਲਿਕ ਸੇਫਟੀ ਨੂੰ ਸੂਬੇ 'ਚ ਸ਼ਾਂਤੀ ਬਣੀ ਰਹੇ, ਕੋਈ ਅਫਵਾਹ ਨਾ ਫੈਲੇ, ਉਸ ਧਿਆਨ ਉਹਨਾਂ ਨੂੰ ਅਮਨ ਇਹ ਵੀ ਸਮਝਿਆ ਜਾਵੇ ਕਿ ਤਰਨਤਾਰਨ ਅਤੇ ਫਿਰੋਜ਼ਪੁਰ ਦੋਵੇਂ ਸਰਹੱਦੀ ਜ਼ਿਲ੍ਹੇ ਨੇ। ਇਹ ਵੀ ਕਾਰਨ ਹੋ ਸਕਦਾ ਕਿਉਂਕਿ ਬਾਕੀ ਸਾਰੇ ਥਾਵਾਂ ਤੇ ਚਾਹੇ ਉਹ ਅਜਨਾਲਾ, ਉਹ ਵੀ ਦੇਖੋ ਅੰਮ੍ਰਿਤਪਾਲ ਦਾ ਆਪਣਾ ਪਿੰਡ ਹੈ, ਜੱਲੂਪੁਰ ਖੇੜਾ, ਦੂਜੇ ਪਾਸੇ ਜਲੰਧਰ ਹੈ, ਸ਼ਾਹਕੋਟ ਹੈ, ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਅੰਮ੍ਰਿਤਪਾਲ ਲੁਕਿਆ ਰਿਹਾ, ਫਰਾਰ ਹੋਇਆ। ਤੇ ਸਿਰਫ ਤਰਨਤਾਰਨ ਅਤੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ, ਇਹਨਾਂ ਥਾਵਾਂ ਤੇ ਹਾਲੇ ਵੀ ਇੰਟਰਨੈਟ ਬੰਦ ਹੈ। ਕੀ ਲੱਗਦਾ ਹੈ? देखो वो कारण तो यही है क्योंकि ऑपरेशन अमृतपाल लगातार जारी है और सर्च ऑपरेशन चलाया जा रहा है। पर इस ਜਿਹੜੇ ਆਰਡਰ ਜਾਰੀ ਹੋਏ ਨੇ, ਜੇਕਰ ਇਹਨਾਂ ਨੂੰ ਅਸੀਂ ਇਸ ਆਰਡਰ ਦੇ ਗੋ ਥਰੂ ਕਰੀਏ ਇਨ ਆਰਡਰਸ ਨੂੰ, ਤਾਂ ਇਸ 'ਚ ਸਾਫ਼ ਲਿਖਿਆ ਹੈ ਕਿ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ ਹਰੀਕੇ ਹੈਗਾ ਉੱਥੇ ਰੋਡ ਬਲੌਕ ਕਰਨ ਦੀ ਪਲੈਨਿੰਗ ਚੱਲ ਰਹੀ ਹੈ ਕਿ ਉੱਥੇ ਪ੍ਰੋਟੈਕਟ ਕੀਤਾ ਜਾਏ, ਰੋਡ ਬਲੌਕ ਕੀਤਾ ਜਾਏ। ਔਰ ਫਿਰੋਜ਼ਪੁਰ ਅਤੇ ਨਾਲ ਤਰਨਤਾਰਨ ਦੇ ਵੀ ਕੁਝ ਏਰੀਆ ਦੇ ਅੰਦਰ ਜਿਹੜਾ ਹੈਗਾ ਹੈ ਉੱਥੇ ਪ੍ਰੋਟੈਸਟ ਅਤੇ ਕੁਝ ਐਂਟੀ ਚੀਜ਼ਾਂ ਜਿਹੜੀਆਂ ਨੇ ਗੈਰ ਕਾਨੂੰਨੀ ਚੀਜ਼ਾਂ ਜਿਸ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਜਿਸ ਨਾਲ ਸਰਕਾਰ ਨੂੰ ਲੱਗਦਾ ਹੈ, ਗ੍ਰਹਿ ਵਿਭਾਗ ਨੂੰ ਲੱਗਦਾ ਹੈ ਕਿ ਸ਼ਾਂਤੀ ਭੰਗ ਹੋ ਸਕਦੀ ਹੈ। ਔਰ ਉਸਨੂੰ ਕੰਟਰੋਲ ਕਰਨ ਲਈ ਇਹ ਜਿਹੜਾ ਹੈ ਇਨ 2 ਥਾਵਾਂ ਤੇ ਇੰਟਰਨੈਟ ਜਿਹੜਾ ਹੈ ਉਹ ਬੰਦ ਕੀਤਾ ਗਿਆ ਔਰ ਆਰਡਰ ਜਾਰੀ ਕੀਤੇ ਨੇ। ਕੱਲ 12 ਵਜੇ ਤੱਕ 24 ਮਾਰਚ 12 ਵਜੇ ਤੱਕ ਇਨ 2 ਜ਼ਿਲ੍ਹਿਆਂ ਦੇ ਅੰਦਰ ਇੰਟਰਨੈਟ ਜਿਹੜਾ ਹੈ ਉਹ ਬੰਦ ਰਹੇਗਾ। ਮੋਗਾ ਔਰ ਸੰਗਰੂਰ ਦੇ ਵਿੱਚ ਵੀ ਸਰਵਿਸ ਬਹਾਲ ਕੀਤੀ ਗਈ ਹੈ ਔਰ ਮੋਹਾਲੀ ਦੇ ਵਿੱਚ ਵੀ ਕਰ ਦਿੱਤੀ ਗਈ ਹੈ। ਇਹ ਵੀ ਬੇहद ਅਹਿਮ ਹੈ। ਅਮਨ, ਅਖੀਰਲਾ ਸਵਾਲ ਹੈ ਕਿਉਂਕਿ ਮੋਹਾਲੀ ਦੇ ਨੇੜੇ ਇਲਾਕੇ ਫੋਰਸ ਜ਼ਰੂਰ ਲੱਗੀ ਹੋਈ ਹੈ ਜਿੱਥੇ ਧਰਨਾ ਚੱਲ ਰਿਹਾ ਸੀ, ਸੋਹਾਣਾ ਦੇ ਸਾਹਮਣੇ, ਸੋਹਾਣਾ ਸਾਹਿਬ ਦੇ ਸਾਹਮਣੇ ਜੇਕਰ ਗੱਲ ਕੀਤੀ ਜਾਵੇ, ਜਾਂ ਫਿਰ YPS ਚੌਕ ਤੇ ਵੀ ਪੱਕਾ ਧਰਨਾ ਹੈ, ਪਰ ਉੱਥੇ ਵੀ ਬਹਾਲ ਕਰ ਦਿੱਤੀ ਗਈ ਹੈ ਸਰਵਿਸ। ਦੇਖੋ YPS ਚੌਂਕ ਤੇ ਵੀ ਕਿਉਂਕਿ ਅੰਮ੍ਰਿਤਪਾਲ ਫੈਕਟਰ ਔਰ ਉਸਦੇ ਜਿਹੜੇ ਸਹਿਯੋਗੀ ਸੀ ਉੱਥੇ ਮੌਜੂਦ ਸੀ, ਕੋਈ ਇਸ ਤਰੀਕੇ ਦਾ, ਕਿਉਂਕਿ ਜਦੋਂ ਸੋਹਾਣਾ ਸਾਹਿਬ ਦੇ ਸਾਹਮਣੇ ਕੱਟ ਕੀਤਾ ਗਿਆ ਉੱਥੇ ਰੋਡ ਬਲੌਕ ਕੀਤਾ। ਫਿਰ ਕਿਉਂਕਿ ਮੋਹਾਲੀ ਸ਼ਹਿਰ ਹੈ ਔਰ ਨਾਲ ਟਰਾਈ ਸਿਟੀ ਦੇ ਲੱਗਦਾ ਹੈ, ਤਾਂ ਪਿਛਲੇ ਦਿਨਾਂ 'ਚ ਦੇਖਿਆ ਵੀ ਗਿਆ ਜੋ ਹਿੰਸਾ ਹੋਈ ਸੀ, 20 ਤੋਂ ਜ਼ਿਆਦਾ ਪੁਲਿਸ ਕਰਮੀ ਜ਼ਖਮੀ ਹੋਏ ਸੀ ਚੰਡੀਗੜ੍ਹ ਪੁਲਿਸ ਦੇ, ਬਕਾਇਦਾ ਇੱਕ FIR ਵੀ ਉਸ ਤੇ ਦਰਜ ਹੋਈ ਸੀ। ਤਾਂ ਉਹ ਦੁਬਾਰਾ ਸੀਨ ਕ੍ਰੀਏਟ ਨਾ ਹੋਵੇ, ਕਿਉਂਕਿ ਖਬਰ ਜੇ ਅੰਮ੍ਰਿਤਸਰ ਦੀ ਪਤਾ ਲੱਗਦੀ ਹੈ, ਅੰਮ੍ਰਿਤਪਾਲ ਮੁਤਲਕ ਜਾਂ ਕੋਈ ਹੋਰ ਪਤਾ ਲੱਗਦੀ, ਉਸ ਦੀ ਅਫਵਾਹ ਇੱਕ ਸਹੀ ਜਾਂ ਗਲਤ ਇੰਟਰਨੈਟ ਤੇ ਬੜੀ ਜਲਦੀ ਫੈਲਦੀ ਹੈ। ਤਾਂ ਉਸ ਨੂੰ ਰੋਕਣ ਲਈ ਇਹ ਪ੍ਰੀਕਾਸ਼ਨਰੀ ਮੇਜਰਸ ਹੁੰਦੇ ਨੇ ਜੋ ਪੁਲਿਸ ਲੈਂਦੀ ਹੈ ਔਰ ਹੋਮ ਡਿਪਾਰਟਮੈਂਟ ਪੰਜਾਬ ਦਾ ਲੈਂਦਾ ਹੈ। ਤਾਂ ਹੁਣ ਉੱਥੇ ਵੀ ਇੰਟਰਨੈਟ ਸੇਵਾ ਜਦੋਂ ਲੱਗਿਆ ਕਿ ਕੰਟਰੋਲ 'ਚ ਚੀਜ਼ਾਂ ਹੈ, ਉੱਥੋਂ ਧਰਨਾ ਚੱਕ ਲਿਆ ਗਿਆ, ਰੋਡ ਖੁਲਾ ਦਿੱਤਾ ਗਿਆ, ਆਮ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਈ, ਤਾਂ ਉਸ ਤੋਂ ਬਾਅਦ ਇੰਟਰਨੈਟ ਸੇਵਾ ਵੀ ਜਿਹੜੀ ਹੈ ਉਹ ਬਹਾਲ ਕਰ ਦਿੱਤੀ ਗਈ। ਪਰ ਹੁਣ ਜਿੱਥੇ ਪ੍ਰੋਟੈਸਟ ਦਾ ਖਰਚਾ ਹੈ, ਨਾਲ ਇਸ ਤਰੀਕੇ ਦਾ ਖਰਚਾ ਹੈਗਾ ਕਿ ਕੋਈ ਆਪਸੀ ਭਾਈਚਾਰਾ ਜਾਂ ਕੋਈ ਉੱਥੇ ਦੀ ਸ਼ਾਂਤੀ ਭੰਗ ਹੋ ਸਕਦੀ ਹੈ, ਹਰੀਕੇ ਰੋਡ ਬਲੌਕ ਕਰਨ ਦੀ ਤਿਆਰੀ ਹੈ ਔਰ ਪ੍ਰੋਟੈਸਟ ਕਰਨ ਦੀ ਤਿਆਰੀ ਹੈ, ਉਸ ਮੁਤਲਕ ਇਹ ਫੈਸਲਾ ਜਿਹੜਾ ਹੈ ਉਹ ਲਿੱਤਾ ਗਿਆ ਹੈ। ਔਰ ਪਿਛਲੀ ਕਿਉਂਕਿ ਬਾਕੀ ਥਾਵਾਂ ਤੇ ਵੀ ਹੌਲੀ ਹੌਲੀ ਕਰਕੇ ਪਾਰਸ਼ਲੀ ਇੰਟਰਨੈਟ ਸੇਵਾ ਚਲਾਈ ਗਈ, ਪਰ ਹੁਣ 2 ਥਾਵਾਂ ਤੇ ਹੁਣੀ ਇਹ ਆਰਡਰ ਕੁਝ ਦੇਰ ਪਹਿਲਾਂ ਆਏ ਨੇ, ਤਾਂ ਇਹਨਾਂ ਨੂੰ ਕੱਲ 24 ਮਾਰਚ 12 ਵਜੇ ਤੱਕ ਇਹ 2 ਜ਼ਿਲ੍ਹਿਆਂ 'ਚ ਇੰਟਰਨੈਟ ਜਿਹੜਾ ਹੈ ਬੰਦ ਰੱਖਿਆ ਜਾਏਗਾ। ਔਰ ਸਮੇਂ-ਸਮੇਂ ਤੇ ਪ੍ਰੀਕਾਸ਼ਨਰੀ ਮੇਜਰ ਚੇਂਜਸ ਦੇ ਨਾਲ ਹੋਮ ਡਿਪਾਰਟਮੈਂਟ ਲੈਂਦਾ। ਅਨੁਰਾਗ ਵਰਮਾ ਐਡੀਸ਼ਨਲ ਚੀਫ ਸੈਕਟਰੀ ਨੇ, ਐਡੀਸ਼ਨਲ ਸੈਕਟਰੀ ਨੇ ਇਸ ਦੇ ਹੋਮ ਡਿਪਾਰਟਮੈਂਟ ਦੇ, ਉਹਨਾਂ ਵੱਲੋਂ ਇਹ ਆਰਡਰ ਜਿਹੜੇ ਨੇ ਉਹ ਜਾਰੀ ਕੀਤੇ ਗਏ। ठीक है, धन्यवाद है तमाम जानकारी दी अमन। तो ये अहम खबर है खास तौर पर मोगा और संगरूर वासियों के लिए, मोहाली वासियों के लिए, क्योंकि इन्हां 3 जिलियां दे विच भी पाबंदी चल रही सी, अजनाला दे विच भी, और हुण हर पासे बहाल है, सिर्फ ते सिर्फ तरनतारन और फिरोजपुर नूं छड्ड के। तरनतारन और फिरोजपुर दे विच कल तक लई, हालांकि ये भी कल तक दी इंस्ट्रक्शनस आईयां ने कि 24 घंटे लिए हजे नैट बंद रहेगा, पर बाकी थावां ते इंटरनेट सेवावां और बाकी होर सारियां सेवावां SMS सर्विस जिहड़ी बंद कीती गई सी उसनूं बहाल कर दिता गया। ਤਾਂ ਬਿਲਕੁਲ ਅਜਨਾਲਾ ਦੇ ਵਿੱਚ ਵੀ ਮੋਬਾਈਲ ਇੰਟਰਨੈਟ ਸੇਵਾ ਸ਼ੁਰੂ ਹੋ ਚੁੱਕੀ ਹੈ, YPS ਚੌਂਕ ਦੇ ਵਿੱਚ ਵੀ ਤੇ ਮੋਹਾਲੀ ਦੇ 에ਅਰਪੋਰਟ ਰੋਡ ਤੇ ਵੀ, ਬਾਕੀ ਥਾਵਾਂ ਤੇ ਵੀ ਸਿਰਫ ਤਰਨਤਾਰਨ ਤੇ ਫਿਰੋਜ਼ਪੁਰ ਨੂੰ ਛੱਡ ਕੇ ਬਾਕੀ ਥਾਵਾਂ ਤੇ ਮੋਬਾਈਲ ਇੰਟਰਨੈਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।
ਬਿਲਕੁਲ ਬੇहद ਅਹਿਮ ਹੈ। ਇੰਟਰਨੈਟ ਸੇਵਾਵਾਂ 18 ਤਰੀਕ ਤੋਂ ਜਿਹੜੀਆਂ ਨੇ ਉਹ ਬੰਦ ਸਨ। ਕਾਫੀ ਦਿਨ 3 ਦਿਨ ਤੱਕ ਜਿਹੜਾ ਹੈ ਉਹ ਸਾਰੇ ਪੰਜਾਬ ਦੇ ਵਿੱਚ ਹੀ ਸੇਵਾ ਬੰਦ ਰਹੀ। ਉਸ ਤੋਂ ਬਾਅਦ ਥੋੜੇ ਜ਼ਿਲ੍ਹੇ ਜਿਹੜੇ ਨੇ ਉਹ ਰੱਖੇ ਗਏ ਸਨ ਉਸ ਲਿਸਟ ਦੇ ਵਿੱਚ ਜਿਸ ਦੇ ਵਿੱਚ ਨੈਟ ਨਹੀਂ ਚੱਲੇਗਾ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ, ਪਰ ਹੁਣ ਉਸ ਦੇ ਵਿੱਚੋਂ ਇੱਕ ਤਾਂ ਮੋਗਾ ਹਟਾ ਦਿੱਤਾ ਗਿਆ, ਸੰਗਰੂਰ ਹਟਾ ਦਿੱਤਾ ਗਿਆ। ਸੰਗਰੂਰ ਔਰ ਮੋਗਾ ਦੇ ਵਿੱਚ ਬਹਾਲੀ ਹੋ ਚੁੱਕੀ ਹੈ ਇੰਟਰਨੈਟ ਦੀ। ਅਜਨਾਲਾ ਦੇ ਵਿੱਚ ਵੀ ਨੈਟ ਚੱਲੇਗਾ ਔਰ ਮੋਹਾਲੀ ਦੇ ਜਿਹੜੇ ਕੁਝ ਇਲਾਕੇ ਸਨ, ਕੁਝ ਕੋ ਇਲਾਕੇ ਸਨ ਜਿੱਥੇ ਕਿ ਨੈਟ ਤੇ ਪਾਬੰਦੀ ਸੀ, ਇੰਟਰਨੈਟ ਤੇ ਪਾਬੰਦੀ ਸੀ, ਪਰ ਹੁਣ ਉੱਥੇ ਵੀ ਬਹਾਲ ਕਰ ਦਿੱਤਾ ਗਿਆ ਹੈ। ਤਾਂ ਇਹ ਅਹਿਮ ਖਬਰ ਹੈ ਇੰਟਰਨੈਟ ਦੇ ਨਾਲ ਜੁੜੀ ਹੋਈ। ਸਿਰਫ ਤਰਨਤਾਰਨ ਔਰ ਫਿਰੋਜ਼ਪੁਰ ਉਸ ਦਾ ਵੀ ਕਾਰਨ ਹੈ। ਸਾਡੇ ਸਹਿਯੋਗੀ ਅਮਨ ਦੱਸ ਰਹੇ ਸੀ ਕਿ ਕਿਤੇ ਨਾ ਕਿਤੇ ਧਰਨਿਆਂ ਨੂੰ ਲੈ ਕੇ ਕੁਝ ਜਾਣਕਾਰੀ ਹੈ, ਇਨਪੁਟਸ ਨੇ ਪੁਲਿਸ ਤੱਕ, ਤਾਂ ਜਿਸ ਦੇ ਚੱਲਦੇ ਥੋੜਾ ਜਿਹਾ ਸਾਵਧਾਨੀ ਵਰਤੀ ਜਾ ਰਹੀ ਹੈ ਕਿਉਂਕਿ ਸੰਵੇਦਨਸ਼ੀਲ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਇਹ ਇੰਟਰਨੈਟ ਸੇਵਾਵਾਂ